ਅੱਜ ਜਿਹੜਾ ਸੁਖਜਿੰਦਰ ਰੰਧਾਵਾ ਰੇਡ ਮਾਰਦਾ ਫਿਰਦਾ ਹੈ, ਉਹ ਕੋਈ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਕਹਿੰਦਾ ਕਿ ਜਿਹੜੀ ਜੀਰੀ ਉੱਥੋਂ ਆ ਰਹੀ ਹੈ ਉਹਦੇ ਪਿੱਛੇ ਰੇਡ ਮਾਰਦਾ। ਉਹਨੂੰ ਆਉਣ ਵਾਲਾ 2022 ਦਿਖ ਰਿਹਾ ਹੈਗਾ। ਉਹ ਕਿਸਾਨਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰ ਰਿਹਾ ਕਿ ਮੈਂ ਹਮਦਰਦੀ ਹਾਂ, ਪਰ ਇਹਨਾਂ ਨੂੰ ਇਹ ਹਮਦਰਦੀ ਨਹੀਂ ਹੈਗੀ। ਇਹਨਾਂ ਨੂੰ ਆਪਣੀ ਕੁਰਸੀ ਪੈ ਰਹੀ ਹੈ, ਆਪਣੀ ਕੁਰਸੀ ਖਾਤਰ ਉਹ ਫਿਰਦਾ ਗਾ। ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਯੂਪੀ ਹੋਵੇ, ਬਿਹਾਰ ਹੋਵੇ, ਗੁਜਰਾਤ ਹੋਵੇ ਜਾਂ ਹੋਰ ਕੋਈ ਸਟੇਟ ਹੋਵੇ, ਉੱਥੇ ਐਮਐਸਪੀ ਤੋਂ ਐਮਐਸਪੀ ਤੇ ਜਿਹੜੇ ਉਹ ਕਿਸਾਨਾਂ ਜਿਹੜੀ ਖਰੀਦ ਆ ਉਹ ਹੋਵੇ। ਉੱਥੋਂ ਕਿਉਂ ਟਰੱਕ ਭਰ ਕੇ ਆਉਣਾ? ਇੱਥੇ ਸਾਡੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੁੰਦਾਗਾ। ਮੁੱਖ ਮੰਤਰੀ ਖੱਟਰ ਨੇ ਕਹਿਤਾ ਕਿ ਤੁਹਾਡਾ ਜਿਹੜਾ ਬਾਜਰਾ ਨਹੀਂ ਵਿਕਣਾ। ਕਿਉਂ ਨਹੀਂ ਵਿਕਣਾ ਬਾਈ? ਤੁਸੀਂ ਹਰਿਆਣੇ ਵਿੱਚ ਜਾ ਕੇ ਦੇਖੋ, ਇੱਕ ਕਿੱਲਿਆਂ ਦੇ ਕਿੱਲੇ ਪੂਰੇ ਵੱਡੇ ਜਿਹੜੇ ਖੇਤ ਉਹ ਭਰੇ ਪਏ ਨੇਗੇ ਬਾਜਰੇ ਦੇ ਨਾਲ, ਉਹ ਕਿੱਥੇ ਵੇਚਣਗੇ? ਪੁਲਿਸ ਨਹੀਂ ਫੜਦੀ ਹੈਗੀ, ਫੜਦੇ ਸਾਡੇ ਕਿਸਾਨ ਨੇਗੇ। ਸਾਡੇ ਕਿਸਾਨ ਵੀਰ ਫੜਦੇ ਨੇ ਟਰੱਕ ਜਦੋਂ ਯੂਪੀ ਜਾਂ ਬਿਹਾਰ ਤੋਂ ਆਉਂਦੇ ਨੇ, ਉਹ ਫਿਰ ਅੱਗੇ ਪੁਲਿਸ ਨੂੰ ਖਬਰ ਦਿੰਦੇ ਨੇਗੇ ਕਿ ਆਹ ਚੱਕੋ ਇੰਨੇ ਟਰੱਕ ਆ ਗਏ, ਇਹਨਾਂ ਦਾ ਬੰਦੋਬਸਤ ਕਰੋ, ਇਹਨਾਂ ਨੂੰ ਦੁਬਾਰਾ ਯੂਪੀ 'ਚ ਭੇਜੋ ਜਾਂ ਇਹਨਾਂ ਨੂੰ ਜ਼ਬਤ ਕਰੋ। ਇੱਕ ਕਹਾਵਤ ਹੈ ਕਿ ਆਪਣੀ ਰਾਖੀ ਆਪ ਕਰੋ, ਸਰਕਾਰਾਂ ਤੋਂ ਨਾ ਝਾਕ ਕਰੋ। ਇਹ ਤਾਂ ਆਪਣੀ ਰਾਖੀ ਆਪ ਕਰਨੀ ਪੈਣੀ ਆ, ਸਰਕਾਰਾਂ ਤੋਂ ਸਾਨੂੰ ਕੋਈ ਝਾਕ ਨਹੀਂ ਹੈਗੀ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਪੰਜਾਬ ਵਿੱਚ ਪੂਰੀ ਸਖਤਾਈ ਕੀਤੀ ਹੈ ਕਿ ਯੂਪੀ ਦੇ ਵਿੱਚੋਂ ਜੀਰੀ ਨਹੀਂ ਆਉਣ ਦਿੱਤੀ ਜਾਵੇਗੀ। ਡਿਪਟੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਰਾਤਾਂ ਨੂੰ ਰੇਡ ਮਾਰ ਰਹੇ ਨੇ, ਕਿਉਂਕਿ ਪਹਿਲਾਂ ਹੀ ਪੁਲਿਸ ਦੇ ਐਸਐਸਪੀਆਂ ਨੂੰ ਪੂਰੀ ਇਨਕੁਆਇਰੀ ਲਈ ਕਹਿ ਦਿੱਤਾ ਗਿਆ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਆਂ ਨੂੰ ਇਹ ਗੱਲ ਆਖੀ ਗਈ ਆ ਕਿ ਸਾਰੇ ਬਾਰਡਰਾਂ ਤੇ ਪੂਰੀ ਸਖਤਾਈ ਹੋਵੇ ਅਤੇ ਜੋ ਯੂਪੀ ਤੋਂ ਜਾਂ ਬਾਹਰਲੀਆਂ ਸਟੇਟਾਂ ਤੋਂ ਝੋਨਾ ਆਉਂਦਾ, ਇੱਥੇ ਜੀਰੀ ਆਉਂਦੀ ਆ, ਉਹ 'ਤੇ ਸਖਤ ਪਾਬੰਦੀ ਹੋਵੇ ਅਤੇ ਪਰਚੇ ਦਰਜ ਹੋਣ ਜੇ ਕੋਈ ਐਵੇਂ ਦਾ ਕੰਮ ਕਰਦਾ। ਕਿਉਂਕਿ ਤੁਸੀਂ ਪਹਿਲਾਂ ਵੀ ਖਬਰਾਂ ਦੇਖੀਆਂ ਨੇ, ਪਿਛਲੇ 2 ਸਾਲਾਂ ਤੋਂ ਲਗਾਤਾਰ ਕਿਸਾਨ ਆਗੂਆਂ ਨੇ ਬਹੁਤ ਵੱਡੇ ਟਰਾਲੇ ਵੀ ਫੜੇ ਨੇ। ਇਸ ਵਾਰ ਵੀ ਕਿਤੇ ਨਾ ਕਿਤੇ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਕਿ ਵੱਡੇ ਟਰਾਲੇ ਭਰ ਕੇ ਯੂਪੀ ਤੋਂ ਇੱਥੇ ਆ ਰਹੇ ਨੇ। ਸੋ ਇਸ ਸੰਬੰਧ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਪੂਰੇ ਕਿਤੇ ਨਾ ਕਿਤੇ ਉਹਨਾਂ ਨੇ ਸਖਤਾਈ ਵਰਤੀ ਆ, ਪੂਰੇ ਸਖਤ ਨੇ, ਕਹਿ ਰਹੇ ਨੇ ਕਿ ਜੀਰੀ ਨਹੀਂ ਆਉਣ ਦਿੱਤੀ ਜਾਵੇਗੀ, ਕਿਉਂਕਿ ਪੰਜਾਬ ਦੀ ਜੀਰੀ ਪੰਜਾਬ ਵਿੱਚ ਹੀ ਵਿਕੇਗੀ, ਨਾ ਕਿ ਯੂਪੀ ਦੀ ਜੀਰੀ ਪੰਜਾਬ ਵਿੱਚ ਵਿਕੇਗੀ। ਸੋ ਲਗਾਤਾਰ ਇਸ ਸੰਬੰਧ 'ਚ ਗੱਲਬਾਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਘਨੌੜ ਸਾਡੇ ਨਾਲ ਮੌਜੂਦ ਨੇ। ਘਨੌੜ ਸਾਹਿਬ, ਕਿਵੇਂ ਲੱਗਦਾ ਤੁਹਾਨੂੰ? ਪਹਿਲਾਂ ਪਿਛਲੇ ਸਾਲਾਂ ਦੌਰਾਨ ਲਗਾਤਾਰ ਵੱਡੇ ਟਰਾਲੇ ਆਉਂਦੇ ਸੀ ਆਪਣੀਆਂ ਮੰਡੀਆਂ 'ਚ, ਪੰਜਾਬ ਦੀਆਂ ਮੰਡੀਆਂ 'ਚ। ਇਸ ਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਬੜੀ ਸਖਤੀ ਦਿਖਾਈ ਆ, ਸਾਰੇ ਐਸਐਸਪੀਆਂ ਨੂੰ ਇੱਕ ਸਖਤਾਈ ਕਰਨ ਲਈ ਉਹਨਾਂ ਕਿਹਾ ਕਿ ਬਾਰਡਰਾਂ ਤੇ ਪੂਰੀ ਸਖਤਾਈ ਹੋਵੇ, ਜੀਰੀ ਨਾ ਆਵੇ। ਤੁਹਾਨੂੰ ਕੀ ਲੱਗਦਾ, ਪਹਿਲਾਂ ਜੀਰੀ ਕਾਫੀ ਆਉਂਦੀ ਸੀ ਵੀ ਇਸ ਵਾਰ ਫਰਕ ਪਿਆ, ਤੇ ਬਾਕੀ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਲੱਗਦੀ ਹੈ ਵੀ ਠੀਕ ਹੈ? ਇਹ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਅੱਜ ਰੇਡਾਂ ਮਾਰਦਾ ਫਿਰਦਾ ਹੈ ਕਿ ਜਿਹੜੀ ਜੀਰੀ ਹੈ ਉਹ ਬਾਹਰਲੇ ਸਟੇਟਾਂ ਤੋਂ, ਜਿਵੇਂ ਯੂਪੀ ਬਿਹਾਰ ਤੋਂ ਵੱਡੇ ਪੱਧਰ ਤੇ ਜਿਹੜੀ ਆਉਂਦੀ ਆ ਰਹੀ ਹੈ ਹੁਣ ਪਿਛਲੇ 2-3 ਸਾਲਾਂ ਤੋਂ, ਇਹਦੀ ਫੜਤ ਵੀ ਹੋਣ ਲੱਗੀ ਹੈ। ਪਹਿਲਾਂ ਜਿਹੜੀ ਜੀਰੀ ਆਉਂਦੀ ਸੀ, ਮੈਂ ਸਰਕਾਰ ਕਹਿੰਦੀ ਸੀਗੀ ਕਿ ਇਹ 5,000 ਟਨ ਏਕੜ ਹੋ ਗਈ, ਇੰਨੀ ਅਸੀਂ ਰਿਕਾਰਡ ਖਰੀਦ ਕਰਤੀ, ਅਸੀਂ ਇਹ ਕਰਤੀ ਸੀ, ਉਹ ਕਰਤੀ। ਪਰ ਉਦੋਂ ਕੀ ਹੈ, ਇਹਦੀ ਕੋਈ ਗੌਰ ਨਹੀਂ ਕਰਦਾ ਸੀਗਾ। ਅੱਜ ਜਿਹੜਾ ਸੁਖਜਿੰਦਰ ਰੰਧਾਵਾ ਰੇਡ ਮਾਰਦਾ ਫਿਰਦਾ ਹੈ, ਉਹ ਕੋਈ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਕਹਿੰਦਾ ਕਿ ਜਿਹੜੀ ਜੀਰੀ ਉੱਥੋਂ ਆ ਰਹੀ ਹੈ ਉਹਦੇ ਪਿੱਛੇ ਰੇਡ ਮਾਰਦਾ। ਉਹਨੂੰ ਆਉਣ ਵਾਲਾ 2022 ਦਿਖ ਰਿਹਾ ਹੈਗਾ। ਉਹ ਕਿਸਾਨਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰ ਰਿਹਾ ਕਿ ਮੈਂ ਹਮਦਰਦੀ ਹਾਂ, ਪਰ ਇਹਨਾਂ ਨੂੰ ਇਹ ਹਮਦਰਦੀ ਨਹੀਂ ਹੈਗੀ। ਇਹਨਾਂ ਨੂੰ ਆਪਣੀ ਕੁਰਸੀ ਪੈ ਰਹੀ ਹੈ, ਆਪਣੀ ਕੁਰਸੀ ਖਾਤਰ ਉਹ ਫਿਰਦਾ ਗਾ। ਇਹ ਜਿਹੜੇ ਯੂਪੀ ਦੇ ਵਿਚਾਰੇ ਜਾਂ ਬਿਹਾਰ ਦੇ ਕਿਸਾਨ ਨੇਗੇ, ਉਹਨਾਂ ਦੀ 700 ਜਾਂ 1000 ਮਗਰ ਜਿਹੜੀ ਕੁਆਂਟਲ ਮਗਰ ਜਿਹੜੀ ਜੀਰੀ ਵਿਕਦੀ ਹੈ, ਐਮਐਸਪੀ ਨਹੀਂ ਹੈਗੀ। ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਯੂਪੀ ਹੋਵੇ, ਬਿਹਾਰ ਹੋਵੇ, ਗੁਜਰਾਤ ਹੋਵੇ ਜਾਂ ਹੋਰ ਕੋਈ ਸਟੇਟ ਹੋਵੇ, ਉੱਥੇ ਐਮਐਸਪੀ ਤੇ ਜਿਹੜੇ ਉਹ ਕਿਸਾਨਾਂ ਜਿਹੜੀ ਖਰੀਦ ਆ ਉਹ ਹੋਵੇ। ਉੱਥੋਂ ਕਿਉਂ ਟਰੱਕ ਭਰ ਕੇ ਆਉਣਾ? ਇੱਥੇ ਸਾਡੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੁੰਦਾਗਾ, ਕਿਉਂਕਿ ਸਾਡੇ ਮੰਡੀਆਂ ਦੇ ਵਿੱਚ ਜਿਹੜੀ ਸਾਡੀ ਜੀਰੀ ਉਹ ਪਈ ਰਹਿੰਦੀ ਹੈਗੀ, ਉਹ ਨਹੀਂ ਵਿਕਦੀ। ਬਾਹਰੋਂ ਜੀਰੀ ਆ ਕੇ ਵਿਕ ਜਾਂਦੀ ਹੈ। ਜਿਹੜੇ ਵੱਡੇ ਧਨਾੜ ਨੇ ਜਾਂ ਵਪਾਰੀ ਨੇਗੇ, ਉਹ ਆ ਕੇ ਮੰਡੀਆਂ ਦੇ ਵਿੱਚ ਜਿਹੜੀ ਜੀਰੀ ਕਿਵੇਂ ਨਾ ਕਿਵੇਂ ਭੁਲੇਖਾ ਪਾ ਕੇ ਸਰਕਾਰ ਨੂੰ ਜਾਂ ਪੁਲਿਸ ਨੂੰ ਪੈਸੇ ਦੇ ਕੇ ਉਹ ਆਪਣੇ ਟਰੱਕ ਲਿਆਉਂਦੇ ਨੇਗੇ। ਬੇਸ਼ੱਕ ਪਿਛਲੇ 2 ਸਾਲਾਂ ਤੋਂ ਉਹ ਜਥੇਬੰਦੀਆਂ ਦੇ ਦਬਾਅ ਕਰਕੇ ਉਹ ਨਹੀਂ ਆ ਰਹੇ, ਫੜੇ ਜਾ ਰਹੇ ਨੇ, ਬਹੁਤ ਵੱਡੀ ਸੰਖਿਆ 'ਚ ਉਹ ਫੜੇ ਜਾ ਰਹੇ ਨੇਗੇ। ਇਸ ਲਈ ਇਹ ਸਰਕਾਰਾਂ ਨੂੰ ਗੌਰ ਕਰਨੀ ਚਾਹੀਦੀ ਆ। ਉਹ ਸਟੇਟਾਂ ਦੇ ਵਿੱਚ ਵੀ ਐਮਐਸਪੀ ਸਰਕਾਰ ਨੂੰ ਦੇਣੀ ਚਾਹੀਦੀ ਹੈ। ਬਿਲਕੁਲ, ਜਾਨੀ ਕਿ ਜਿਹੜੀ ਸਟੇਟ ਦੀ ਫਸਲ ਹੋਵੇ ਉਸੇ ਸਟੇਟ 'ਚ ਉਸੇ ਸੂਬੇ 'ਚ ਵਿਕਣੀ ਚਾਹੀਦੀ ਆ। ਉਹ ਜਿਹੜੀ ਸਟੇਮੇ ਹੁਣ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਖੱਟਰ ਨੇ ਕਹਿਤਾ ਕਿ ਤੁਹਾਡਾ ਜਿਹੜਾ ਬਾਜਰਾ ਨਹੀਂ ਵਿਕਣਾ। ਕਿਉਂ ਨਹੀਂ ਵਿਕਣਾ ਬਾਈ? ਤੁਸੀਂ ਹਰਿਆਣੇ ਵਿੱਚ ਜਾ ਕੇ ਦੇਖੋ, ਇੱਕ ਕਿੱਲਿਆਂ ਦੇ ਕਿੱਲੇ ਪੂਰੇ ਵੱਡੇ ਜਿਹੜੇ ਖੇਤ ਉਹ ਭਰੇ ਪਏ ਨੇਗੇ ਬਾਜਰੇ ਦੇ ਨਾਲ, ਉਹ ਕਿੱਥੇ ਵੇਚਣਗੇ? ਐਮਐਸਪੀ ਉੱਥੇ ਵੀ ਸਿਰਫ ਝੋਨੇ ਤੇ
ਜਾਂ ਕਣਕ ਦੀ ਹੈ, ਕੋਈ ਬਾਜਰਾ, ਕੋਈ ਮੱਕੀ। ਹੁਣ ਮੱਕੀ ਦਾ ਤੁਸੀਂ ਦੇਖ ਲਓ, ਮੱਕੀ ਦਾ ਆਪਣੇ ਬਣੀ MSP ਵਿਕਦੀ, ਆਪਣੇ ਵੀ ਸਿਰਫ ਝੋਨੇ ਔਰ ਜੀਰੀ ਦੇ MSP ਮਿਲਦੀ ਹੈ। ਇਹ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਆਪਾਂ ਜਿਹੜੀ MSP ਦੇ ਸਾਰੇ ਦੇਸ਼ ਦੇ ਵਿੱਚ ਇਹ ਲਾਗੂ ਕਰਾਵਾਂਗੇ। ਬਹੁਤਾ ਚਿਰ ਨਹੀਂ ਲੱਗਣਾ ਹੈਗਾ, ਸਾਡੇ ਲੋਕ ਹੁਣ ਉੱਠ ਖੜੇ, ਇਹ ਜਿਹੜੀ MSP ਆ ਸਾਰੇ ਦੇਸ਼ ਦੇ ਵਿੱਚ ਲਾਗੂ ਕਰਾ ਕੇ ਫਿਰ ਦਮ ਲਵਾਂਗੇ। ਬਿਲਕੁਲ, ਜਿਵੇਂ ਬਾਰਡਰ ਸੀਲ ਕਰਨ ਦੀ ਗੱਲ ਆਖੀ ਜਾਂਦੀ ਹੈ, ਗ੍ਰਹਿ ਮੰਤਰੀ ਵੱਲੋਂ, ਰੰਧਾਵਾ ਵੱਲੋਂ ਲਗਾਤਾਰ ਕਿਹਾ ਜਾਂਦਾ ਕਿ ਬਾਰਡਰ ਪੂਰੇ ਸੀਲ ਰੱਖੋ। ਫਾਇਦਾ ਹੋਊਗਾ ਪੰਜਾਬ ਦੇ ਕਿਸਾਨਾਂ ਨੂੰ ਕਿ ਬਾਹਰੋਂ ਰੁਕੂ ਤਾਂ ਸਹੀ ਕਿਤੇ ਨਾ ਕਿਤੇ ਝੋਨਾ, ਜਿਹੜਾ ਵੱਡੀ ਪੱਧਰ ਤੇ ਵੱਡੇ ਧਨਾੜ ਜਾਂ ਵੱਡੇ ਵਪਾਰੀ ਲਾ ਲਓ ਵੀ ਜਿਹੜੇ ਲੈ ਕੇ ਉੱਥੋਂ 1000 ਦੀ ਖਰੀਦਦੇ ਨੇ, ਇੱਥੇ 1800-1900 ਜੋ ਵੀ ਰੇਟ ਹੁੰਦਾ ਉੱਥੇ ਵੇਚਦੇ ਨੇ, ਵੀ ਲੱਖਾਂ ਰੁਪਈਆ ਉਹ ਐਵੇਂ ਹੀ ਬਣਾਉਂਦੇ ਨੇ। ਜਿਵੇਂ ਸੁਖਜਿੰਦਰ ਰੰਧਾਵਾ ਤੁਸੀਂ ਕਹਿ ਰਹੇ ਹੋ ਕਿ ਉਹ ਨਾਕਿਆਂ ਤੇ ਬੜੀ ਰੇਡ ਮਾਰ ਰਿਹਾ, ਕਹਿ ਰਿਹਾ ਪੁਲਿਸ ਨਹੀਂ ਫੜਦੀ ਹੈਗੀ, ਫੜਦੇ ਸਾਡੇ ਕਿਸਾਨ ਨੇਗੇ। ਸਾਡੇ ਕਿਸਾਨ ਵੀਰ ਫੜਦੇ ਨੇ ਟਰੱਕ ਜਦੋਂ ਯੂਪੀ ਜਾਂ ਬਿਹਾਰ ਤੋਂ ਆਉਂਦੇ ਨੇ, ਉਹ ਫਿਰ ਅੱਗੇ ਪੁਲਿਸ ਨੂੰ ਖਬਰ ਦਿੰਦੇ ਨੇਗੇ ਕਿ ਆਹ ਚੱਕੋ ਇੰਨੇ ਟਰੱਕ ਆ ਗਏ, ਇਹਨਾਂ ਦਾ ਬੰਦੋਬਸਤ ਕਰੋ, ਇਹਨਾਂ ਨੂੰ ਦੁਬਾਰਾ ਯੂਪੀ 'ਚ ਭੇਜੋ ਜਾਂ ਇਹਨਾਂ ਨੂੰ ਜ਼ਬਤ ਕਰੋ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਜਿਹੜੇ ਹੁਣ ਜਿਵੇਂ ਆਪਣੇ ਪਿਛਲੇ ਲਖਮੀਪੁਰ ਦੇ ਵਿੱਚ ਜਿਹੜਾ ਅਜੇ ਮਿਸਰਾ ਇੱਕ ਇਸ ਤਰ੍ਹਾਂ ਦਾ ਗੁੰਡਾ, ਉਹ ਅਸੀਂ ਜਾ ਕੇ ਆਏ, ਮੈਂ ਉਹਦੇ ਪਿੰਡ ਦੇ ਵਿੱਚ ਉੱਥੇ ਤਕੋਨੀਆਂ ਦੇ ਵਿੱਚ ਅਸੀਂ ਜਾ ਕੇ ਆਏਗੇ, ਪ੍ਰਧਾਨ ਜੀ ਨਾਲ ਗਏ ਸੀਗੇ, ਸਾਰੇ ਸ਼ਹੀਦਾਂ ਦੇ ਘਰਾਂ ਦੇ ਵਿੱਚ ਵੀ ਜਾ ਕੇ ਆਏਗੇ। ਉੱਥੇ ਕੀ ਆ, ਨੇਪਾਲ ਬਾਰਡਰ ਨੇੜੇ ਪੈਂਦਾ, ਉੱਥੋਂ ਕੀ ਆ ਉਹ ਜਿਹੜਾ ਲਾਚੀ ਆ ਉੱਥੇ ਸਸਤੀ ਹੈ, ਲਾਚੀ ਦਾ ਵਪਾਰ ਕਰਦਾ ਉਹ। ਉਸ ਤੋਂ ਬਾਅਦ ਪੈਟਰੋਲ ਹੈ ਉੱਥੇ ਨੇਪਾਲ ਦੇ ਵਿੱਚ 15 ਰੁਪਏ ਸਸਤਾ ਹੈ, ਉਹਦਾ ਵਪਾਰ ਕਰਦਾ ਹੈ। ਸਰਕਾਰ ਨੂੰ ਉੱਧਰ ਵੀ ਧਿਆਨ ਦੇਣਾ ਚਾਹੀਦਾ ਹੈ, ਉੱਧਰ ਵੀ SSP ਨੂੰ ਇਹ ਚੀਜ਼ਾਂ ਦਾ ਹੁਕਮ ਦੇਣਾ ਚਾਹੀਦਾ ਕਿ ਜਿਹੜਾ ਬਾਹਰੋਂ ਜਿਹੜਾ ਵਪਾਰ ਆ ਉਹ ਇਹ ਗੁੰਡਾ ਕਰ ਰਿਹਾ। ਉੱਥੇ ਜਿਹੜਾ ਅਸੀਸ ਮਿਸਰਾ ਦਾ ਮੁੰਡਾ, ਇਸ ਤਰ੍ਹਾਂ ਦਾ ਡਰ ਆ ਲੋਕਾਂ ਦੇ ਵਿੱਚ, ਜਿਹੜੇ ਸਰਦਾਰ ਨੇ ਉੱਥੇ ਉੱਠੇ ਨੇ ਆਪਣੇ ਹੌਸਲੇ ਦੇ ਨਾਲ। ਉਹ ਜਿਹੜਾ ਅਸੀਸ ਮਿਸਰਾ ਹੁਣ ਗ੍ਰਿਫਤਾਰ ਹੋ ਗਿਆ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਬਾਪ ਦਾ ਵੀ ਅਸਤੀਫਾ ਦਵਾ ਕੇ ਉਹਨੂੰ ਵੀ 120 ਦੀ ਧਾਰਾ ਲਾ ਕੇ ਉਹਨੂੰ ਵੀ ਜੇਲ੍ਹ 'ਚ ਕਰਾਵਾਂਗੇ। ਬਿਲਕੁਲ ਜੀ, ਚਲੋ ਇਹ ਤਾਂ ਠੀਕ ਆ। ਜਾਨੀ ਕਿ ਕਿਤੇ ਨਾ ਕਿਤੇ ਤੁਹਾਨੂੰ ਕੀ ਲੱਗਦਾ, ਹੁਣ ਗੌਰ 2 ਸਾਲ ਤੋਂ ਹੋਈ ਸੀ ਕਿ ਝੋਨਾ ਆਉਂਦਾ ਪੰਜਾਬ 'ਚ, ਆਉਂਦਾ ਜੀ ਪੰਜਾਬ 'ਚ ਵਿਕਦਾ, ਇਹਦਾ ਮਤਲਬ ਪਹਿਲਾਂ ਤਾਂ ਪੂਰਾ ਕੰਮ ਚੱਲਦਾ ਸੀ, ਪੂਰਾ ਝੋਨਾ ਮੈਨੂੰ ਲੱਗਦਾ ਜਿੰਨਾ ਪੰਜਾਬ ਦਾ ਹੁੰਦਾ ਸੀ ਕਿਤੇ ਨਾ ਕਿਤੇ ਓਨਾ ਹੀ ਬਾਹਰੋਂ ਆ ਕੇ ਵਿਕਦਾ ਸੀ। ਤਾਈਓ ਜਿਹੜੇ ਟਨਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਇੰਨੇ ਟਨ ਖਰੀਦ ਕਰ ਲਈ, ਉਹ ਖਰੀਦਦਾਰੀ ਇਕੱਲੀ ਪੰਜਾਬ ਦੀ ਨਹੀਂ ਸੀ, ਉਹ ਤਾਂ ਯੂਪੀ ਤੇ MP ਐਵੇਂ ਦੀਆਂ ਸਟੇਟਾਂ 'ਚੋਂ ਵੀ ਸੀ। ਹਾਂ, ਇਹ ਤੁਹਾਡੀ ਗੱਲ ਸਹੀ ਹੈ। ਜਿਵੇਂ ਪਿਛਲੇ ਟਾਈਮ ਦੇ ਵਿੱਚ ਸਰਕਾਰਾਂ ਕਹਿੰਦੀਆਂ ਸੀਗੀਆਂ ਕਿ ਰਿਕਾਰਡ ਤੋੜ ਜਿਹੜੀ ਝੋਨੇ ਦੀ ਇਹ ਖਰੀਦ ਹੋ ਗਈ, 10,000 ਟਨ ਹੋ ਗਈ ਜਾਂ 15 ਜਾਂ 20,000 ਟਨ ਹੋ ਗਈ। ਉਹ ਯੂਪੀ ਤੋਂ ਵੀ ਤਾਂ ਝੋਨਾ ਆਉਂਦਾ ਸੀਗਾ, ਬਿਹਾਰ ਤੋਂ ਵੀ ਝੋਨਾ ਆਉਂਦਾ ਸੀਗਾ, ਉਹਦੇ ਨਾਲ ਹੀ ਸਰਕਾਰਾਂ ਆਪਦੀ ਬੱਲੇ ਖੱਟ ਲੈਂਦੀਆਂ ਸੀਗੀਆਂ। ਪਤਾ ਸਰਕਾਰਾਂ ਨੂੰ ਹੈਗਾ ਸੀ, ਪਰ ਕੀ ਹੈ, ਕਿਸਾਨ ਜਥੇਬੰਦੀਆਂ ਦਾ ਇੰਨਾ ਇਹ ਚੀਜ਼ ਤੇ ਦਬਦਬਾ ਨਹੀਂ ਸੀਗਾ, ਲੋਕ ਜਾਗੇ ਨਹੀਂ ਸੀਗੇ। ਇਸ ਕਰਕੇ ਇਹ ਆਪਦੇ ਵਿੱਚ ਘਾਲਾ ਮਾਲਾ ਕਰਕੇ ਵੱਡੇ ਕਿਉਂਕਿ ਜਿਹੜੇ ਧਨਾੜ ਨੇਗੇ, ਜਦੋਂ ਇਹ ਇਲੈਕਸ਼ਨਾਂ ਲੜਦੇ ਨੇ, ਲੀਡਰ ਇਲੈਕਸ਼ਨਾਂ ਲੜਦੇ ਨੇ, ਉਹ ਉਹਨਾਂ ਨੂੰ ਫੰਡ ਦਿੰਦੇ ਨੇ। ਇਹ ਉਹਨਾਂ ਨੂੰ ਕਿਉਂ ਫੰਡਣਗੇ? ਉਹਨਾਂ ਦੇ ਟਰੱਕ ਹੁਣ ਵੀ ਨਹੀਂ ਉਹਨਾਂ ਦੇ ਟਰੱਕ ਇਹ ਸਰਕਾਰਾਂ ਫੜਦੀਆਂ, ਉਹਦਾ ਕਿਸਾਨ ਫੜ ਕੇ ਦਿੰਦੇ ਨੇ ਪੁਲਿਸ ਨੂੰ ਕਿ ਆਹ ਚੱਕੋ, ਆਹ 20 ਟਰੱਕ ਆ ਗਿਆ, 40 ਟਰੱਕ ਆ ਗਏ, ਫੜ ਲਓ। ਇਸ ਕਰਕੇ ਇਹਨਾਂ ਨੂੰ ਕੋਈ ਹਜੇ ਵੀ ਇਹਨਾਂ ਨੂੰ ਹੈ ਨਹੀਂਗਾ। ਜਿਵੇਂ ਚੰਨੀ ਫਿਰਦਾ ਸਾਪੇ ਮਾਰਦਾ, ਰਾਜਾ ਵੜਿੰਗ ਫਿਰਦਾ ਬੱਸਾਂ ਦੇ ਸਾਪੇ ਮਾਰਦਾ, ਇਹ ਜੇ ਆਪਾਂ ਕਹਿਣਾ ਹੋਈਏ ਕਿ ਇਹ ਲੋਕਾਂ ਖਾਤਰ ਫਿਰਦੇ ਨੇ, ਨਹੀਂ ਫਿਰਦੇ, ਇਹ ਆਪਣੀ ਕੁਰਸੀ ਵਾਸਤੇ ਫਿਰਦੇ ਨੇ। ਹੁਣ ਵੋਟਾਂ ਨੇੜੇ ਨੇ ਤਾਂ ਫਿਰਦੇ ਨੇ, ਜੇ ਵੋਟਾਂ ਨਾ ਹੁੰਦੀਆਂ ਇਹਨਾਂ ਨੂੰ ਕੋਈ ਜੀਰੀ ਦੇ ਕੋਈ ਨਾਕੇ ਲਾਉਣੇ ਸੀ, ਕੋਈ ਇਹਨਾਂ ਨੇ ਬੱਸਾਂ ਨਹੀਂ ਫੜਨੀਆਂ ਸੀਗੀਆਂ, ਕੋਈ ਚੰਨੀ ਨੇ ਕੰਧ ਤੇ ਬੈਠ ਕੇ ਰੋਟੀ ਨਹੀਂ ਖਾਣੀ ਸੀਗੀ। ਇਹ ਸਿਰਫ ਡਰਾਮੇ ਕਰਦੇ ਨੇਗੇ, ਇਸ ਕਰਕੇ ਲੋਕਾਂ ਦੇ ਹਿਤੈਸ਼ੀ ਨਹੀਂ ਹੈਗੇ। ਬਿਲਕੁਲ। ਵੈਸੇ ਤੁਸੀਂ ਗੱਲ ਕਰੀਏ ਕਿ ਕਿਸਾਨ ਫੜਦੇ ਨੇ, ਕੀ ਕਹੋਗੇ ਕਿਸਾਨਾਂ ਨੂੰ? ਜੇ ਕਿਸਾਨ ਹੈ ਪੂਰੇ ਪੰਜਾਬ ਦੇ, ਹਰ ਮੰਡੀ ਤੇ ਰਾਖੀ ਰੱਖਣ, ਆਪਣੇ ਏਰੀਏ ਦੀ ਮੰਡੀ ਤੇ ਰਾਖੀ ਰੱਖਣ ਕਿ ਬਾਹਰੋਂ ਕੋਈ ਆ ਨਾ ਜਾਵੇ, ਵਿਕਣ ਨਹੀਂ ਦੇਣੀ। ਕਿਤੇ ਨਾ ਕਿਤੇ ਜੇ ਕਿਸਾਨ ਇਹ ਸਖਤਾਈ ਕਰਨਗੇ, ਤੁਹਾਨੂੰ ਕੀ ਲੱਗਦਾ ਪ੍ਰਸ਼ਾਸਨ ਵੀ ਅਲਰਟ ਹੋ ਜਾਊਗਾ? ਫਿਰ ਪ੍ਰਸ਼ਾਸਨ ਨੂੰ ਅਲਰਟ ਹੋਣਾ ਪੈਣਾਗਾ, ਕਿਉਂਕਿ ਜੇ ਹੁਣ ਜਿਵੇਂ ਹੁਣ ਆਹੀ ਆਪਣਾ ਟੋਲ ਪਲਾਜ਼ਾ ਲਾ ਲਓ, ਆਪਣੇ ਟੋਲ ਪਲਾਜ਼ੇ ਦੇ ਉਰੇ ਕਿਸਾਨ ਬੈਠੇ ਨੇਗੇ, ਜੇ ਆਪਾਂ ਉਹ ਕਿਸਾਨ ਉੱਠ ਕੇ ਚੱਲ ਜਾਂਗੇ ਨਾ, ਠੱਕ ਕੇ ਟੋਲ ਪਲਾਜ਼ਾ ਚਲਾ ਦੇਣਾਗਾ। ਹੁਣ ਇੱਥੇ ਆਪਾਂ ਬੈਠੇ ਆਂਗੇ, ਦਿਨ ਰਾਤ ਦੀ ਇੱਥੇ ਡਿਊਟੀ ਆ ਗਈ, ਇੱਥੋਂ ਟਰੱਕ ਲੰਘਣਗੇ, ਆਪਾਂ ਗੌਰ ਕਰਾਂਗੇ, ਕਿਸਾਨ ਹੀ ਬੈਠੇ ਨੇਗੇ, ਗੌਰ ਕਰਕੇ ਆਪਾਂ ਟਰੱਕ ਦੇਖਾਂ ਵੀ ਆਹ 4 ਟਰੱਕ ਲੰਘ ਜਾਣੇ, ਗੱਡੀ ਲਾਓ ਇਹਨਾਂ ਦੇ ਮਗਰ, ਘੇਰੋ ਇਹਨਾਂ ਨੂੰ, ਇਹ ਕਿੱਥੋਂ ਆਏ ਨੇ, ਕੌਣ ਨੇ, ਆਪਾਂ ਉਹਨਾਂ ਦੀ ਇਨਕੁਆਇਰੀ ਕਰਾਂਗੇ, ਫਿਰ ਅੱਗੇ ਪੁਲਿਸ ਨੂੰ ਦੇਵਾਂਗੇ ਵੀ ਆਹ ਚੱਕੋ। ਇਸ ਕਰਕੇ ਇਹ ਸਰਕਾਰਾਂ ਨਹੀਂ ਇਹ ਚੀਜ਼ ਤੇ ਗੌਰ ਕਰਦੀਆਂ। ਇਹ ਚੀਜ਼ ਤੇ ਨਾ, ਜਿਵੇਂ ਇੱਕ ਕਹਾਵਤ ਹੈ ਕਿ ਆਪਣੀ ਰਾਖੀ ਆਪ ਕਰੋ, ਸਰਕਾਰਾਂ ਤੋਂ ਨਾ ਝਾਕ ਕਰੋ। ਇਹ ਤਾਂ ਆਪਣੀ ਰਾਖੀ ਆਪ ਕਰਨੀ ਪੈਣੀ ਆ, ਸਰਕਾਰਾਂ ਤੋਂ ਸਾਨੂੰ ਕੋਈ ਝਾਕ ਨਹੀਂ ਹੈਗੀ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਅੰਦੋਲਨ ਆ ਇਹ ਇਹਨਾਂ ਚੀਜ਼ਾਂ 'ਤੇ ਹੀ ਆ ਕਿ MSP ਦੇ, ਸਾਨੂੰ ਸਾਰੇ ਦੇਸ਼ ਦੇ ਵਿੱਚ MSP ਚਾਹੀਦੀ ਆ। ਜਿਹੜੇ ਤਿੰਨੇ ਕਾਲੇ ਕਾਨੂੰਨ ਨੇ ਬਿਲਕੁਲ ਇਹਨਾਂ ਦੇ ਲਖੀਰ ਵੱਜਣੀ ਚਾਹੀਦੀ ਆ, ਤਾਂ ਹੀ ਸਾਨੂੰ ਜਿਹੜਾ ਦਿੱਲੀ ਦਾ ਮੋਰਚਾ ਅਸੀਂ ਉਹ ਸਮਾਪਤ ਕਰਾਂਗੇ। ਆਉਣ ਵਾਲੇ ਦਿਨਾਂ ਵਿੱਚ ਲੋਕ ਹੁਣ ਜਿਵੇਂ ਕੱਲ੍ਹ ਨੂੰ ਵੱਡਾ ਕਾਫਲਾ ਸਾਡਾ ਬੀਬੀਆਂ ਭੈਣਾਂ ਦਾ ਦਿੱਲੀ ਦੇ ਵਿੱਚ ਜਾ ਰਿਹਾ, ਕਿਉਂਕਿ ਸੀਜ਼ਨ ਦਾ ਟਾਈਮ ਆ, ਵਢਾਈ ਸਾਉਣੀ ਦੀ ਵਢਾਈ ਕਰਨੀ ਆ, ਉਸ ਤੋਂ ਬਾਅਦ ਕਣਕ ਬੀਜਣੀ ਹੈਗੀ। ਇਸ ਕਰਕੇ ਸਾਡੇ ਨੌਜਵਾਨ, ਸਾਡੇ ਕਿਸਾਨ ਉਰੇ ਕੰਮ ਕਰਨਗੇ। ਸਾਡੀਆਂ ਬੀਬੀਆਂ ਦਾ ਕਾਫਲਾ ਕੱਲ੍ਹ ਖਨੌਰੀ ਬਾਰਡਰ ਤੋਂ ਵੱਡੀ ਸੰਖਿਆ ਵਿੱਚ ਦਿੱਲੀ ਜਾਊਗਾ, ਤਾਂ ਕਿ ਸਰਕਾਰ ਨੂੰ ਦਾਅ ਬਣ ਸਕੇ।
ਬਿਲਕੁਲ ਜੀ। ਸੋ ਭਾਰਤੀ ਕਿਸਾਨ ਆਗੂਆਂ ਦਾ ਵੀ ਇਹੀ ਕਹਿਣਾ ਕਿ ਕਿਤੇ ਨਾ ਕਿਤੇ ਆਪਾਂ ਨੂੰ ਰਾਖੀ ਆਪਣੀ ਆਪ ਕਰਨੀ ਪੈਣੀ ਆ, ਕਿਉਂਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਮੰਡੀਆਂ ਨੇ ਆਪਣੀਆਂ ਮੰਡੀਆਂ ਦਾ ਧਿਆਨ ਰੱਖੋ, ਕਿਤੇ ਯੂਪੀ ਚੋਂ ਆ ਕੇ ਨਾ, ਕਿਉਂਕਿ ਜਿਹੜੀ ਸਰਕਾਰ ਦੇ ਅੰਕੜੇ ਪਹਿਲਾਂ ਹੁੰਦੇ ਸੀ, ਆਗੂਆਂ ਦਾ ਕਹਿਣਾ ਕਿ ਉਹ ਅੰਕੜੇ ਕਾਗਜ਼ਾਂ ਵਿੱਚ ਹੀ ਹੁੰਦੇ ਸੀ, ਕਿਉਂਕਿ ਕਿਤੇ ਨਾ ਕਿਤੇ ਪਤਾ ਨਹੀਂ ਲੱਗਦਾ ਸੀ ਕਿ ਯੂਪੀ ਚੋਂ ਕਿੰਨਾ ਮਾਲ ਆ ਗਿਆ, ਐਮਪੀ ਚੋਂ ਕਿੰਨਾ ਮਾਲ ਆ ਗਿਆ। ਸੋ ਝੋਨਾ ਵੱਡੀ ਪੱਧਰ ਤੇ ਕਿਤੇ ਨਾ ਕਿਤੇ ਇੱਕ ਵਪਾਰ ਬਣਦਾ ਸੀ, ਉਧਰੋਂ 1000 ਦਾ ਖਰੀਦਦੇ, ਇਧਰੋਂ ਐਮਐਸਪੀ ਪੰਜਾਬ ਦੀਆਂ ਮੰਡੀਆਂ 'ਚ ਵੇਚਿਆ ਜਾਂਦਾ ਸੀ, ਜਿਸ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ। ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੀ ਅਲਰਟ ਹੋਵੇ ਅਤੇ ਕਿਸਾਨ ਆਗੂਆਂ ਦਾ ਕਹਿਣਾ ਕਿ ਸਾਰੇ ਕਿਸਾਨ ਆਗੂ ਵੀ ਇਹ ਗੱਲ ਦਾ ਧਿਆਨ ਰੱਖਣ। ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।